ਵਾਹਿਗੁਰੂ ਸਾਹਿਬ ਜੀ। ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਬਖਿਆਤਾ। ਦਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ, ਜਿਉ ਕਾਲ ਕਿਰਪਾ ਕਰਾਇ। ਅੰਧ ਲਖੈ ਬਦਰੋ ਸੁਣੈ, ਜਿਉ ਕਾਲ ਕਿਰਪਾ ਕਰਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦੁਆਰਾ ਆਪਾਂ ਸਾਰੇ ਹੀ ਸੰਗਤ ਰੂਪ ਦੇ ਵਿੱਚ ਗੁਰਸਿੱਖ ਮਾਈ ਭਾਈ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਪਰੰਤ ਨਿਤਨੇਮ ਦੇ ਪਾਠ ਔਰ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤਨ ਹੋਏ ਹਨ। ਸੋ ਕੁਝ ਸਮੇਂ ਵਾਸਤੇ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਦੇ ਨਾਲ ਜੁੜਨ ਦੇ ਯਤਨ ਕਰੀਏ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਿਲਾਵਲ ਰਾਗ ਦੇ ਅੰਦਰ ਇਹ ਪਾਵਨ ਬਚਨ ਉਚਾਰਨ ਕਰਦੇ ਹਨ, ਜਿਸ ਦੇ ਅੰਦਰ ਸਤਿਗੁਰੂ ਜੀ ਸਾਧ ਸੰਗਤ ਦਾ ਮਹੱਤਵ ਕਥਨ ਕਰਦੇ ਹਨ ਕਿ ਸਾਧ ਸੰਗਤ ਦੇ ਵਿੱਚ ਕਿਹੜੀਆਂ ਰਹਿਮਤਾਂ, ਬਰਕਤਾਂ, ਅਜ਼ਮਤਾਂ, ਸ਼ਕਤੀਆਂ ਵਰਤ ਜਾਂਦੀਆਂ ਹਨ। ਇਤਿਹਾਸ ਦੇ ਅੰਦਰ ਵੀ ਆਪਾਂ ਨੂੰ ਉਹਨਾਂ ਤੋਂ ਗਵਾਹੀਆਂ ਮਿਲਦੀਆਂ ਹਨ। ਇਸੇ ਪ੍ਰਕਾਰ ਹੀ ਸਾਧ ਸੰਗਤ ਕਰਦਿਆਂ ਹੋਇਆਂ ਜਿੱਥੇ ਸਾਡੇ ਬਾਹਰਲੇ ਸਰੀਰ 'ਤੇ ਪ੍ਰਭਾਵ ਪੈਂਦਾ ਹੈ, ਉੱਥੇ ਸਾਡਾ ਜੋ ਅੰਦਰਲਾ ਜੀਵਨ ਹੈ ਉਹਦੇ 'ਤੇ ਕਿਸ ਪ੍ਰਕਾਰ ਪ੍ਰਭਾਵ ਪੈਂਦਾ ਹੈ। ਕਿਵੇਂ ਵਿਰੋਧੀ ਚੀਜ਼ਾਂ ਜਿਹੜੀਆਂ ਹਨ ਉਹ ਇਕਸਾਰ ਹੋ ਜਾਂਦੀਆਂ ਹਨ। ਸੰਗਤ ਦੇ ਵਿੱਚ ਆ ਕੇ ਕਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸ਼ਾਂਤ ਹੋ ਜਾਂਦੇ ਹਨ। ਜਿਹੜਾ ਮਨ ਸਾਡਾ ਭੱਜਦਾ ਦੌੜਦਾ ਰਹਿੰਦਾ ਹੈ, ਵੱਸ ਦੇ ਵਿੱਚ ਨਹੀਂ ਆਉਂਦਾ, ਇੱਥੇ ਆ ਕੇ ਕਿਵੇਂ ਗੁਰੂ ਦੀ ਕਿਰਪਾ ਦੁਆਰਾ ਨਿਮਰਤਾ ਸਹਿਤ ਹੋ ਜਾਂਦਾ ਹੈ।
ਇਹ ਮਹਾਨ ਸਾਧ ਸੰਗਤ ਦਾ ਪ੍ਰਤਾਪ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਸੁੰਦਰ ਉਪਦੇਸ਼ਾਂ ਦੀ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਰਾਗ ਦਾ ਨਾਮ ਹੈ। ਪੰਚਮ ਪਾਤਸ਼ਾਹ ਮਹੱਲਾ ਪੰਜਵਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਹਨ, ਜਦੋਂ ਸਾਧ ਸੰਗਤ ਦੀ ਕਲਾ ਵਰਤਦੀ ਹੈ, ਕਿਰਪਾ ਹੁੰਦੀ ਹੈ, ਤਾਂ ਪਿੰਗਲ ਪਰਬਤ ਪਾਰ ਪਰੇ। ਜਿਹੜੇ ਕੋਈ ਪਿੰਗਲੇ ਲੋਕ ਹਨ, ਜਿਨ੍ਹਾਂ ਦੇ ਹੱਥ ਪੈਰ ਜਿਹੜੇ ਨਹੀਂ ਕੰਮ ਕਰਦੇ, ਉਹ ਵੀ ਪਰਬਤਾਂ ਤੋਂ ਪਾਰ ਹੋ ਜਾਂਦੇ ਹਨ, ਉਹ ਵੀ ਪਹਾੜਾਂ 'ਤੇ ਚੜ੍ਹਨ ਵਾਲੇ ਬਣ ਜਾਂਦੇ ਹਨ। ਔਰ ਇਸੇ ਪ੍ਰਕਾਰ ਖਲ ਚਤੁਰ ਬਕੀਤਾ, ਜਦੋਂ ਆਪਾਂ ਪਾਠ ਕਰਦੇ ਹਾਂ, ਮੁੱਖ ਰੂਪ ਦੇ ਵਿੱਚ ਇਹੀ ਪਾਠ ਕੀਤਾ ਜਾਂਦਾ ਹੈ, ਖਲ ਚਤੁਰ ਬਕੀਤਾ। ਖਲ ਦਾ ਅਰਥ ਹੈ ਮੂਰਖ, ਚਤੁਰ ਦਾ ਅਰਥ ਹੈ ਸਿਆਣਾ, ਔਰ ਬਕੀਤਾ ਦਾ ਅਰਥ ਹੈ ਬਖਤਾ, ਕਥਨ ਕਰਨ ਵਾਲਾ। ਜਦੋਂ ਸਾਧ ਸੰਗਤ ਦੀ ਮਹਿਮਾ ਹੁੰਦੀ ਹੈ, ਜੀਵ ਸੰਗਤ ਕਰਦਾ ਹੈ, ਤੇ ਫਿਰ ਜਿਹੜੇ ਮੂਰਖ ਹਨ ਉਹ ਵੀ ਚਤੁਰ ਵਕਤੇ ਬਣ ਜਾਂਦੇ ਹਨ, ਕਹਿਣ ਵਾਲੇ, ਕਥਨ ਵਾਲੇ ਬਣ ਜਾਂਦੇ ਹਨ। ਸੋ ਇਸੇ ਪ੍ਰਕਾਰ ਦੂਸਰਾ ਪਾਠ ਕੀਤਾ ਜਾਂਦਾ ਹੈ, ਖਲ ਚਤੁਰਬ। ਚਤੁਰਬ ਤੋਂ ਭਾਵ ਸਿਆਣਾ, ਤੇ ਕੀਤਾ ਕਹੀਏ ਕਰ ਦਿੱਤਾ ਜਾਂਦਾ ਹੈ। ਸੋ ਜਿਸ ਪ੍ਰਕਾਰ ਸਾਨੂੰ ਇਤਿਹਾਸ ਤੋਂ ਉਦਾਹਰਨਾਂ ਮਿਲਦੀਆਂ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਘਟਨਾ ਆਉਂਦੀ ਹੈ ਕਿ ਜਿਵੇਂ ਕੋਈ ਸ਼ੌ ਸੁਹਾਗਣ ਨਾਮ ਦਾ ਫਕੀਰ ਸੀ, ਜਿਸ ਨੇ ਆਪਣਾ ਨਾਮ ਸ਼ੌ ਸੁਹਾਗਣ ਰੱਖਿਆ ਸੀ ਕਿ ਮੈਨੂੰ ਸਹੋ ਜੋ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਦਰਸ਼ਨ ਹੁੰਦੇ। ਔਰ ਇੱਕ ਦਿਨ ਉਸ ਨੇ ਨੀਯਤ ਕੀਤਾ ਸੀ ਕਿ ਉਸ ਦਿਨ ਮੈਨੂੰ ਅਕਾਲ ਪੁਰਖ ਦੇ ਪਰਮਾਤਮਾ ਦੇ ਦਰਸ਼ਨ ਹੁੰਦੇ। ਉਸ ਦਿਨ ਫਿਰ ਉਹ ਬੜਾ ਭਾਰੀ ਮੇਲਾ ਲਾਉਂਦਾ, ਬੜੇ ਲੋਕ ਜਾਂਦੇ, ਹੈ ਸੀ ਉਹ ਪਖੰਡ ਨਿਰਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਗਏ ਤੇ ਉਦਨੇ ਦਾ ਉਹ ਦਿਨ ਸੀ ਜਿਸ ਦਿਨ ਇਹਨੂੰ ਪਰਮੇਸ਼ਰ ਦੇ ਦਰਸ਼ਨ ਹੋਣੇ ਸੀ। ਜਦੋਂ ਸਤਿਗੁਰੂ ਜੀ ਉੱਥੇ ਗਏ ਤੇ ਇਹਦੇ ਦਰ ਤੇ ਜਾ ਕੇ ਜਿਹੜੇ ਇਹਦੇ ਕੋਈ ਸੇਵਾਦਾਰ ਸੀ, ਉਹਨਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਵੀ ਜਾ ਕੇ ਸ਼ੌ ਸੁਹਾਗਣ ਨੂੰ ਇਹ ਸੁਨੇਹਾ ਦੇ ਦਿਓ ਵੀ ਕੋਈ ਦਰਵੇਸ਼ ਆਏ। ਇਸ ਨੇ ਜਵਾਬ ਦਿੱਤਾ ਕਿ ਨਹੀਂ, ਅੱਜ ਮੈਂ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਕਰਨੇ, ਅੱਜ ਕਿਸੇ ਨੂੰ ਨਹੀਂ ਮਿਲਣਾ। ਔਰ ਅੰਦਰ ਕੀ ਕਰਦਾ ਸੀ? ਮੰਦ ਕਰਮ ਕਰਦਾ ਸੀ। ਜਦੋਂ ਸਤਿਗੁਰਾਂ ਨੂੰ ਜਵਾਬ ਦੇ ਦਿੱਤਾ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਠੀਕ ਹੈ, ਜਿਵੇਂ ਕਰਤਾਰ ਦੀ ਆਗਿਆ। ਸਤਿਗੁਰੂ ਜੀ ਉੱਥੋਂ ਵਾਪਸ ਹੋ ਗਏ ਤੇ ਕੀ ਹੋਇਆ, ਉੱਥੇ ਮੇਲੇ ਦੇ ਵਿੱਚ ਜਿਹੜਾ ਇਸ ਨੇ ਲਾਇਆ ਸੀ, ਲੜਾਈ ਹੋ ਗਈ, ਲੁੱਟ ਖੋਹ ਹੋਣ ਲੱਗ ਪਈ। ਧੱਕੇ ਦੇ ਨਾਲ ਲੋਕ ਅੰਦਰ ਜਾ ਵੜੇ। ਜਦੋਂ ਵੇਖਿਆ ਕਿ ਅੰਦਰ ਤੇ ਪਖੰਡ ਕਰਦਾ ਹੈ, ਮਾੜੇ ਕਰਮ ਕਰਦਾ ਹੈ, ਲੋਕਾਂ ਨੇ ਇਹਦਾ ਪਖੰਡ ਜਿਹੜਾ ਉਹ ਪ੍ਰਗਟ ਕਰ ਦਿੱਤਾ, ਬਾਹਰ ਲੈ ਆਂਦਾ। ਬਾਅਦ ਦੇ ਵਿੱਚ ਇਹਨੂੰ ਕੋਈ ਨਾ ਪੁੱਛੇ, ਕੋਈ ਇਹਦਾ ਸਤਿਕਾਰ ਨਾ ਕਰੇ, ਕੋਈ ਇਹਦੀ ਆਗਿਆ ਨਾ ਮੰਨੇ। ਜਦੋਂ 1 ਸਾਲ ਦਾ ਸਮਾਂ ਲੰਘ ਗਿਆ, ਸਾਲ ਬਾਅਦ ਫਿਰ ਸਤਿਗੁਰੂ ਜੀ ਗਏ। ਫਿਰ ਇਹਦੇ ਇਲਾਕੇ ਦੇ ਵਿੱਚ ਗਏ ਤੇ ਉੱਥੇ ਸਤਿਗੁਰਾਂ ਨੂੰ ਕੋਈ ਪਿੰਗਲਾ ਮਿਲਿਆ, ਜਿਹੜੇ ਹੱਥ ਪੈਰ ਜਿਹੜੇ ਸਨ ਨਹੀਂ ਸੀ ਕੰਮ ਕਰਦੇ। ਸਤਿਗੁਰਾਂ ਨੇ ਮਿਹਰ ਦੀ ਨਿਗਾਹ ਕੀਤੀ, ਉਹ ਤੰਦਰੁਸਤ ਹੋ ਗਿਆ। ਤੇ ਸਤਿਗੁਰੂ ਜੀ ਕਹਿਣ ਲੱਗੇ, ਜੇ ਤੈਨੂੰ ਕੋਈ ਪੁੱਛੇ ਕਿਸ ਨੇ ਠੀਕ ਕੀਤਾ ਹੈ ਤੇ ਤੂੰ 100 ਸੁਹਾਗਣ ਦਾ ਨਾਮ ਲੈਣਾ ਕਿ ਉਹਨੇ ਠੀਕ ਕੀਤਾ। ਔਰ ਉਸ ਨੇ ਜਾ ਕੇ ਇਹ ਢੰਡੋਰਾ ਪਿੱਟ ਦਿੱਤਾ ਕਿ ਮੈਨੂੰ 100 ਸੁਹਾਗਣ ਨੇ ਠੀਕ ਕਰ ਦਿੱਤਾ। ਜਦੋਂ ਇਹਦੇ ਘਰ ਦੇ ਵਿੱਚ ਗਿਆ ਤੇ ਇਹ ਕਹਿਣ ਲੱਗਿਆ ਵੀ 100 ਸੁਹਾਗਣ ਤੇ ਮੈਂ ਹਾਂ, ਮੇਰਾ ਨਾਮ ਹੈ, ਮੈਂ ਤੈਨੂੰ ਠੀਕ ਨਹੀਂ ਕੀਤਾ। ਤੈਨੂੰ ਜਿਸ ਨੇ ਠੀਕ ਕੀਤਾ ਉਹਦਾ ਪਤਾ ਦੱਸ, ਉਹਦਾ ਨਾਮ ਦੱਸ। ਫਿਰ ਇਹ ਸਤਿਗੁਰਾਂ ਨੂੰ ਦਰਸ਼ਨ ਕਰਨ ਵਾਸਤੇ ਜਿਹੜਾ ਇਹ ਪਿੰਗਲਾ ਸੀ ਲੈ ਕੇ ਗਿਆ। ਔਰ ਜਦੋਂ ਦਰਸ਼ਨ ਕੀਤੇ ਫਿਰ ਸਤਿਗੁਰਾਂ ਨੇ ਇਹਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਪਰਮੇਸ਼ਰ ਦੀ ਭਗਤੀ ਕਰ, ਪਖੰਡ ਦਾ ਸਹਾਰਾ ਲੈਣਾ ਛੱਡ ਦੇ, ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਦੇ ਚਰਨੀ ਲੱਗ।
ਸੋ ਇਸੇ ਪ੍ਰਕਾਰ ਪਿੰਗਲਿਆਂ ਨੂੰ ਠੀਕ ਕਰਨ ਦੀ ਇਹ ਸਾਖੀ ਆਉਂਦੀ ਹੈ। ਇਸੇ ਪ੍ਰਕਾਰ ਮੂਰਖਾਂ ਨੂੰ ਪੰਡਿਤ ਕਰਨ ਦੀ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਸ ਸਮੇਂ ਦਿੱਲੀ ਨੂੰ ਗਏ ਹਨ ਔਰ ਅੰਬਾਲਾ ਸ਼ਹਿਰ ਦੇ ਅੰਦਰ ਜਿੱਥੇ ਅੱਜ ਗੁਰਦੁਆਰਾ ਪੰਜੋਖਰਾ ਸਾਹਿਬ ਹੈ, ਇੱਥੇ ਸਤਿਗੁਰੂ ਜੀ ਪਹੁੰਚੇ ਤੇ ਇੱਥੋਂ ਦਾ ਕੋਈ ਪੰਡਿਤ ਸੀ ਲਾਲ ਚੰਦ। ਜਦੋਂ ਇਸ ਨੂੰ ਪਤਾ ਚੱਲਿਆ ਕਿ ਕੋਈ ਸਿੱਖਾਂ ਦੇ ਗੁਰੂ ਹਰਿਕ੍ਰਿਸ਼ਨ ਨਾਮ ਕਰਕੇ ਆ ਰਹੇ ਹਨ ਔਰ ਇਹਦੇ ਮਨ ਦੇ ਵਿੱਚ ਇਹ ਸ਼ੰਕਾ ਹੋਈ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਨਾਮ ਆਪਣਾ ਹਰਿਕ੍ਰਿਸ਼ਨ ਰੱਖਿਆ ਹੈ ਔਰ ਇੰਨੇ ਲੋਕ ਇਹਨਾਂ ਨੂੰ ਮੰਨਦੇ ਪੂਜਦੇ ਹਨ, ਕੀ ਇਹਨਾਂ ਦੇ ਵਿੱਚ ਕੋਈ ਹਰੀ ਕ੍ਰਿਸ਼ਨ ਵਾਲੀ, ਹਰੀ ਅਕਾਲ ਪੁਰਖ ਵਾਲੀ ਕੋਈ ਕਲਾ ਹੈ। ਜਦੋਂ ਇਹ ਤਰਕ ਅੰਦਰ ਉੱਠੀ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ, ਕਹਿਣ ਲੱਗਿਆ, ਮਹਾਰਾਜ ਤੁਹਾਡਾ ਨਾਮ ਹਰਿਕ੍ਰਿਸ਼ਨ ਹੈ ਔਰ ਇੱਕ ਭਗਵਾਨ ਕ੍ਰਿਸ਼ਨ ਜੀ ਹੋਏ ਔਰ ਉਹਨਾਂ ਨੇ ਗੀਤਾ ਉਚਾਰਨ ਕੀਤੀ ਹੈ। ਜੇ ਤੁਸੀਂ ਉਸ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਦੇ ਹੋ ਤੇ ਫਿਰ ਮੈਂ ਤੁਹਾਨੂੰ ਮੰਨਾਂ ਕਿ ਹਾਂ ਤੁਸੀਂ ਵਾਕਿਆ ਹੀ ਹਰੀ ਕ੍ਰਿਸ਼ਨ ਹੋ, ਵਾਕਿਆ ਹੀ ਅਕਾਲ ਪੁਰਖ ਦਾ ਸਰੂਪ ਹੋ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 8 ਵਰ੍ਹਿਆਂ ਦੀ ਉਮਰ ਸਤਿਗੁਰਾਂ ਦੀ, ਕਹਿਣ ਲੱਗੇ, ਪੰਡਿਤ ਜੀ ਜੇ ਤੇ ਅਰਥ ਅਸੀਂ ਕਰ ਦਿੱਤੇ ਤੇ ਤੈਨੂੰ ਇਹ ਸ਼ੰਕਾ ਹੋ ਜਾਣਾ ਕਿ ਕੋਈ ਕਰਾਮਾਤ ਕੀਤੀ ਹੈ, ਕਿਸੇ ਤੋਂ ਸਿੱਖੇ ਹੋਣਗੇ, ਅਰਥ ਪੜ੍ਹੇ ਹੋਣਗੇ। ਤੂੰ ਪਿੰਡ ਦੇ ਵਿੱਚੋਂ, ਇਸ ਨਗਰ ਦੇ ਵਿੱਚੋਂ ਕੋਈ ਮਨੁੱਖ ਲਿਆ, ਉਹਦੇ ਤੋਂ ਅਰਥ ਕਰਾ ਦਿੰਦੇ। ਇਹ ਫਿਰ ਇੱਕ ਉੱਥੋਂ ਦਾ ਛੱਜੂ ਝੀਵਰ ਜਿਹੜਾ ਗੂੰਗਾ ਵੀ ਸੀ, ਬੋਲਾ ਵੀ ਸੀ, ਪਾਣੀ ਢੋਣ ਦਾ ਕੰਮ ਕਰਦਾ ਸੀ, ਲੋਕਾਂ ਦਾ ਪਾਣੀ ਢੋ ਕੇ ਆਪਣਾ ਗੁਜ਼ਾਰਾ ਕਰਦਾ ਸੀ, ਉਹਨੂੰ ਇਸ ਨੇ ਨਵਾ ਧਵਾ ਕੇ ਸਾਫ ਸੁਥਰੇ ਕੱਪੜੇ ਪਵਾ ਕੇ ਤੇ ਸਤਿਗੁਰਾਂ ਦੇ ਸਾਹਮਣੇ ਲੈ ਆਂਦਾ, ਜੀ ਇਹਦੇ ਤੋਂ ਅਰਥ ਕਰਾਓ। ਤਾਂ ਉਸ ਸਮੇਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਰਬ ਸ਼ਕਤੀਆਂ ਸੰਪੰਨ, ਸਤਿਗੁਰਾਂ ਦੇ ਹੱਥ ਦੇ ਵਿੱਚ ਇੱਕ ਸੋਟੀ ਸੀ, ਉਸ ਛੱਜੂ ਝੀਵਰ ਦੇ ਸਿਰ ਦੇ ਉੱਤੇ ਰੱਖੀ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਸ਼ਲੋਕ ਨੂੰ ਇਹ ਲਾਲ ਚੰਦ ਪੰਡਿਤ ਪੜ੍ਹੇਗਾ ਤੂੰ ਉਹਦਾ ਅਰਥ ਕਰਨਾ। ਜਦੋਂ ਲਾਲ ਚੰਦ ਪੰਡਿਤ ਗੀਤਾ ਦੇ ਸ਼ਲੋਕ ਪੜ੍ਹਨ ਲੱਗਿਆ ਤੇ ਛੱਜੂ ਝੀਵਰ ਬੋਲਿਆ, ਕਸ ਮਨ ਸ਼ਾਸਤਰ ਪ੍ਰਵਿਰਤੇ, ਸੰਸਕ੍ਰਿਤ ਭਾਸ਼ਾ ਦੇ ਵਿੱਚ ਬੋਲਿਆ। ਕਹਿਣ ਲੱਗਿਆ, ਪੰਡਿਤ ਲਾਲ ਚੰਦ ਜੀ, ਕਸ ਮਨ ਸ਼ਾਸਤਰ ਪ੍ਰਵਿਰਤੇ, ਕਿਹੜੇ ਸ਼ਾਸਤਰ ਦੇ ਵਿੱਚ ਪ੍ਰਵਿਰਤ ਹੋਣਾ ਹੈ? ਸਾਖ ਦੇ ਵਿੱਚ ਗੱਲ ਕਰਨੀ ਹੈ, ਨਿਆਏ ਦੇ ਵਿੱਚ ਕਰਨੀ ਹੈ, ਯੋਗ 'ਚ ਕਰਨੀ ਹੈ, ਪਤੰਜਲ 'ਚ ਕਰਨੀ ਹੈ, ਪੂਰਵ ਮੀਮਾਂਸਾ 'ਚ ਕਰਨੀ, 6 ਸ਼ਾਸਤਰ ਮੰਨੇ ਹੈ, ਕਿਹੜੇ ਸ਼ਾਸਤਰ ਦੇ ਵਿੱਚ ਮੇਰੇ ਨਾਲ ਚਰਚਾ ਕਰਨੀ ਹੈ? ਉਸ ਸਮੇਂ ਲਾਲ ਚੰਦ ਪੰਡਿਤ ਸੀ ਜਿਹੜਾ ਉਹ ਸੁਣ ਕੇ ਹੈਰਾਨ ਹੋ ਗਿਆ, ਸਤਿਗੁਰਾਂ ਦੇ ਚਰਨੀ ਪਿਆ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਗੁਰੂ ਦੀ ਸਾਧ ਸੰਗਤ ਦੀ ਕਲਾ ਵਰਤਦੀ ਹੈ ਤੇ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ। ਸਤਿਗੁਰੂ ਜੀ ਕਹਿੰਦੇ ਪਿੰਗਲੇ ਵੀ ਪਰਬਤਾਂ ਤੋਂ ਪਾਰ ਹੋ ਜਾਂਦੇ ਹਨ, ਗੂੰਗੇ ਵੀ ਅਰਥ ਕਰਨ ਵਾਲੇ ਵਕਤੇ ਬਣ ਜਾਂਦੇ ਹਨ। ਇਸੇ ਪ੍ਰਕਾਰ ਹੀ ਜਿਨ੍ਹਾਂ ਦੇ ਕੋਲ ਸਾਧਨਾ ਰੂਪੀ ਪੈਰ ਨਹੀਂ ਹਨ, ਸ਼ੁਭ ਗੁਣਾ ਰੂਪੀ ਪੈਰ ਨਹੀਂ ਹਨ, ਜਦੋਂ ਸੰਗਤ ਕਰਦੇ ਹਨ ਸ਼ੁਭ ਗੁਣਾ ਰੂਪੀ ਪੈਰ ਵੀ ਅੰਦਰ ਮਿਲ ਜਾਂਦੇ ਹਨ। ਇਸੇ ਪ੍ਰਕਾਰ ਹੀ ਜਿਹੜੀ ਪ੍ਰੀਤ ਰੂਪੀ ਰਸਨਾ ਹੈ, ਜਿਹੜੇ ਇੱਧਰਲੇ ਪਾਸਿਓਂ ਗੂੰਗੇ ਹਨ, ਪਰਮੇਸ਼ਰ ਦੇ ਪ੍ਰਤੀ ਕੋਈ ਸ਼ਰਧਾ ਪ੍ਰੇਮ ਭਾਵਨਾ ਪ੍ਰੀਤੀ ਨਹੀਂ ਹੈ, ਪ੍ਰੀਤੀ ਰੂਪੀ ਰਸਨਾ ਤੋਂ ਰਹਿਤ ਹਨ ਜਿਹੜੇ, ਇਹ ਪ੍ਰੀਤ ਰੂਪੀ ਰਸਨਾ ਵੀ ਮਿਲ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਹਨ, ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਜਦੋਂ ਪੂਰੇ ਗੁਰੂ ਦਾ ਭੇਟ ਕਹੀਏ ਮਿਲਾਪ ਹੁੰਦਾ ਹੈ ਤੇ ਪੁਨੀਤਾ ਫਿਰ ਜੀਵ ਪਵਿੱਤਰ ਬਣ ਜਾਂਦਾ ਹੈ। ਔਰ ਅੰਧਲੇ ਤ੍ਰਿਭਵਨ ਸੂਝਿਆ, ਜਿਨ੍ਹਾਂ ਤੋਂ ਅੱਖਾਂ ਤੋਂ ਦਿਸਦਾ ਨਹੀਂ ਹੈ, ਅੱਖਾਂ ਦੀ ਰੋਸ਼ਨੀ ਨਹੀਂ ਹਨ, ਅੰਨੇ ਹਨ, ਉਹ ਵੀ ਤ੍ਰਿਭਵਨ ਤਿੰਨਾਂ ਭਵਨਾਂ ਨੂੰ ਵੇਖਣ ਵਾਲੇ ਬਣ ਜਾਂਦੇ ਹਨ। ਔਰ ਸਾਧ ਸੰਗਤ ਜੀ ਇਹ ਪ੍ਰਤੱਖ ਕਲਾ ਅੱਜ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ 'ਤੇ ਵਰਤਦੀ ਹੈ। ਬੇਅੰਤ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਐਸੀਆਂ ਘਟਨਾਵਾਂ, ਐਸੀਆਂ ਗੁਰੂ ਦੀਆਂ ਕਲਾ ਵਡਿਆਈਆਂ ਵੇਖਣ ਨੂੰ ਮਿਲ ਜਾਂਦੀਆਂ ਹਨ। ਇਹ ਕਿਵੇਂ ਉੱਥੇ ਲੋਕਾਂ ਦੇ ਰੋਗ ਜਿਹੜੇ ਹਨ ਉਹ ਦੂਰ ਹੁੰਦੇ ਹਨ, ਦੁੱਖ ਦੂਰ ਹੁੰਦੇ ਹਨ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ, ਅੰਧਲੇ ਤ੍ਰਿਭਵਨ ਸੂਝਿਆ, ਜਿਹੜੇ ਕੋਈ ਅੰਨਿਆਂ ਦੀ ਨਿਆਈ ਵਿਰਾਗ ਤੇ ਵਿਵੇਕ ਤੇ ਨੇਤਰ ਨਹੀਂ ਹਨ, ਜਿਨ੍ਹਾਂ ਕੋਲ ਵਿਚਾਰ ਰੂਪੀ ਨਿਗਾਹ ਨਹੀਂ ਹੈ ਅੰਦਰਲੇ ਜੀਵਨ ਨੂੰ ਵੇਖਣ ਵਾਸਤੇ। ਗੁਰ ਭੇਟ ਪੁਨੀਤਾ, ਗੁਰੂ ਜਦੋਂ ਕਿਰਪਾ ਕਰਦਾ ਹੈ
ਉਹਨਾਂ ਦੇ ਜੀਵਨ ਨੂੰ ਪਵਿੱਤਰ ਕਰਕੇ ਤੇ ਵਿਚਾਰ ਤੇ ਵਿਵੇਕ ਦੇ ਜਿਹੜੇ ਨੇਤਰ ਹਨ ਇਹ ਵੀ ਬਖਸ਼ ਦਿੰਦਾ ਹੈ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ। ਸਤਿਗੁਰੂ ਜੀ ਕਹਿੰਦੇ, ਹੇ ਮੇਰੇ ਮੀਤਾ, ਹੇ ਮੇਰੇ ਮਿੱਤਰਾ, ਮਹਿਮਾ ਸਾਧੂ ਸੰਗ ਕੀ, ਇਹ ਸਾਧ ਸੰਗਤ ਦੀ ਮਹਿਮਾ ਜਿਹੜੀ ਹੈ ਨਾ ਬੇਅੰਤ ਹੈ। ਹੇ ਮੇਰੇ ਭਰਾਵਾ, ਹੇ ਮੇਰੇ ਮਿੱਤਰਾ, ਇਹ ਸਾਧੂ ਸੰਗ ਦੀ ਮਹਿਮਾ ਨੂੰ ਸੁਣ ਤੈਨੂੰ ਦੱਸਦੇ ਹਾਂ। ਮੈਲ ਕੋਈ ਕੋਟ ਆਗ ਹਰੇ ਨਿਰਮਲ ਭਏ ਚੀਤਾ। ਕਿੰਨੀ ਮਹਿਮਾ ਹੈ ਮੈਲ ਖੋਏ, ਜਿਹੜੀ ਮੈਲ ਹੈ ਸਾਡੇ ਅੰਦਰ ਲੱਗੀ ਹੋਈ ਵਿਸ਼ਿਆਂ ਵਿਕਾਰਾਂ ਦੀ, ਉਹ ਖੋਏ ਕਿ ਨਾਸ ਹੋ ਜਾਂਦੀ ਹੈ। ਕੋਟ ਅਗ ਹਰੇ, ਕਰੋੜਾਂ ਕੀਤੇ ਹੋਏ ਜਿਹੜੇ ਪਾਪ ਹਨ ਉਹ ਹਰੇ ਕਿ ਨਾਸ ਹੋ ਜਾਂਦੇ ਹਨ। ਨਿਰਮਲ ਭਏ ਚੀਤਾ, ਚਿੱਤ ਜਿਹੜਾ ਹੈ ਉਹ ਨਿਰਮਲ ਉਜਲ ਬਣ ਜਾਂਦਾ ਹੈ। ਇਹ ਸਾਧ ਸੰਗਤ ਦੀ ਮਹਿਮਾ ਹੈ। ਸਾਧ ਸੰਗਤ ਦੇ ਵਿੱਚ ਇਹ 3 ਪ੍ਰਕਾਰ ਦੀ ਕਲਾ ਵਰਤਦੀ ਹੈ ਔਰ ਸਾਡੇ ਮਨ ਦੇ ਉੱਤੇ 3 ਪ੍ਰਕਾਰ ਦੀਆਂ ਹੀ ਮੈਲਾਂ ਹਨ। ਇੱਕ ਦਾ ਨਾਮ ਅਵਰਨ ਹੈ, ਇੱਕ ਦਾ ਨਾਮ ਵਿਕਸ਼ੇਪ ਹੈ, ਇੱਕ ਦਾ ਨਾਮ ਚੰਚਲਤਾ ਹੈ। ਔਰ ਇਹ 3 ਪ੍ਰਕਾਰ ਦੀ ਜਿਹੜੀ ਮਨ ਦੀ ਮੈਲ ਹੈ, ਮਲ, ਵਿਕਸ਼ੇਪ ਤੇ ਅਵਰਨ। ਇੱਕ ਤੇ ਮਨ ਦੇ ਉੱਤੇ ਮੈਲ ਇਹ ਹੈ ਕਿ ਸਾਨੂੰ ਵਿਸ਼ੇ ਵਿਕਾਰ ਫੁਰਦੇ ਰਹਿੰਦੇ ਹਨ, ਮਨ ਟਿਕਦਾ ਨਹੀਂ ਹੈ, ਮਨ ਹਰ ਸਮੇਂ ਦੌੜਦਾ ਭੱਜਦਾ ਰਹਿੰਦਾ, ਇਹ ਮੈਲ ਹੈ। ਦੂਸਰੀ ਮਨ ਦੇ ਉੱਤੇ ਅਵਰਨ ਕਹੀਏ ਪੜਦਾ ਪਿਆ ਰਹਿੰਦਾ ਹੈ। ਇਹਨੂੰ ਆਪਣੇ ਅਸਲੀ ਸਰੂਪ ਦਾ ਪਤਾ ਨਹੀਂ ਚੱਲਦਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਇੱਧਰਲੇ ਵੱਲੋਂ ਇਹਦੇ ਤੇ ਪੜਦਾ ਪਿਆ ਰਹਿੰਦਾ। ਇਸੇ ਪ੍ਰਕਾਰ ਵਿਕਸ਼ੇਪ ਚੰਚਲਤਾ, ਹਰ ਸਮੇਂ ਹੀ ਇਹ ਕਿਸੇ ਨਾ ਕਿਸੇ ਵਿਸ਼ੇ ਦੇ ਨਾਲ ਜੁੜਿਆ ਰਹਿੰਦਾ ਹੈ। ਔਰ ਇਹ 3 ਪ੍ਰਕਾਰ ਦੀ ਜਿਹੜੀ ਮੈਲ ਹੈ, ਸਤਿਗੁਰੂ ਜੀ ਕਹਿੰਦੇ ਜਦੋਂ ਜੀਵ ਸਾਧ ਸੰਗਤ ਕਰਦਾ ਹੈ, ਮੈਲ ਖੋਈ ਕੋਟ ਅਗ ਹਰੇ, ਇਸੇ ਪ੍ਰਕਾਰ ਜਿਹੜੀ ਮੈਲ ਹੈ ਉਹ ਲਹਿ ਜਾਂਦੀ ਹੈ, ਕਰੋੜਾਂ ਕੀਤੇ ਹੋਏ ਪਾਪ ਇਹਦੇ ਧੋਤੇ ਜਾਂਦੇ ਹਨ। ਨਿਰਮਲ ਭਏ ਚੀਤਾ, ਜਿਹੜਾ ਚਿੱਤ ਹੈ ਉਹ ਨਿਰਮਲ ਉਜਲ ਤੇ ਪਵਿੱਤਰ ਹੋ ਜਾਂਦਾ ਹੈ। ਰਹਾਉ ਵਿਸਰਾਮ ਦੇ ਕੇ ਅੱਗੇ ਕਥਨ ਕਰਦੇ ਹਨ। ਭਗਤ ਗੋਬਿੰਦ ਕੀ ਕੀਟ ਹਸਤੀ ਚੀਤਾ। ਸਤਿਗੁਰੂ ਜੀ ਕਹਿੰਦੇ ਐਸੀ ਭਗਤੀ ਹੈ ਗੋਬਿੰਦ ਪਰਮੇਸ਼ਰ ਵਾਹਿਗੁਰੂ ਦੀ, ਕੀਟ ਹਸਤੀ ਜੀਤਾ, ਜਿਵੇਂ ਕੋਈ ਕੀੜੀ ਹਾਥੀ ਨੂੰ ਜਿੱਤ ਲੈਂਦੀ ਹੈ। ਜਿਹੜੀ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਨ ਵਾਲਾ ਜੀਵ ਹੈ, ਚਾਹੇ ਉਹ ਕੀੜੀ ਦੀ ਨਿਆਈ ਛੋਟਾ ਹੀ ਹੈ, ਪਰ ਉਹ ਹਾਥੀਆਂ ਦੀ ਨਿਆਈ ਜਿਹੜੇ ਕੋਈ ਬਲੀ ਹਨ ਉਹਨਾਂ ਨੂੰ ਵੀ ਜਿੱਤ ਲੈਂਦਾ ਹੈ। ਜਿਵੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਜਦੋਂ ਜੰਗ ਯੁੱਧ ਹੁੰਦੇ ਹਨ ਤਾਂ ਉਸ ਸਮੇਂ ਬਾਬਾ ਬਚਿੱਤਰ ਸਿੰਘ ਦੀ ਕਥਾ ਆਉਂਦੀ ਹੈ ਕਿ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ, ਗੁਰੂ ਦਾ ਥਾਪੜਾ ਲੈ ਕੇ ਖੂਨੀ ਹਾਥੀ ਦੇ ਮੁਕਾਬਲੇ ਤੇ ਗਏ ਔਰ ਹਾਥੀ ਨੂੰ ਪਿੱਛੇ ਮੋੜਿਆ। ਸੋ ਇਸੇ ਪ੍ਰਕਾਰ ਹੀ ਸਾਧ ਸੰਗਤ ਜੀ ਕੀਟ ਹਸਤੀ ਜੀਤਾ, ਜਿਹੜਾ ਹਾਥੀ ਦੀ ਨਿਆਈ ਉਹ ਸਾਡੇ ਅੰਦਰ ਹੰਕਾਰ ਹੈ, ਜਿਹੜਾ ਹੰਕਾਰ ਹੈ ਸਾਡੇ ਅੰਦਰ ਉਹ ਹਾਥੀ ਦੀ ਨਿਆਈ ਬਲੀ ਹੈ। ਔਰ ਦੂਸਰੇ ਬੰਨੇ ਜਿਹੜੀ ਨਿਮਰਤਾ ਹੈ ਉਹ ਕੀੜੀ ਦੀ ਨਿਆਈ ਹੈ। ਜਦੋਂ ਨਿਮਰਤਾ ਅੰਦਰ ਆ ਜਾਏ, ਇਹ ਨਿਮਰਤਾ ਦਾ ਗੁਣ ਜਿਹੜਾ ਹੈ ਹੰਕਾਰ ਰੂਪੀ ਹਾਥੀ ਨੂੰ ਵੀ ਜਿੱਤ ਲੈਂਦਾ ਹੈ। ਜੋ ਜੋ ਕੀਨੋ ਆਪਨੋ ਤੇ ਸਭ ਹੈ ਦਾਨ ਦਿੱਤਾ। ਸਤਿਗੁਰੂ ਜੀ ਕਹਿੰਦੇ ਗੋਬਿੰਦ ਪਰਮੇਸ਼ਰ ਦੀ ਭਗਤੀ ਕਰਦਿਆਂ ਹੋਇਆਂ ਜਿਹਨੂੰ ਵੀ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਸਰੂਪ ਦੇ ਵਿੱਚ ਮਿਲਾ ਲਿਆ ਹੈ, ਜੋ ਜੋ ਕੀਨੋ ਆਪਣਾ, ਜੋ ਜੋ ਪਰਮੇਸ਼ਰ ਵਾਹਿਗੁਰੂ ਨੇ ਆਪਣਾ ਕਰ ਲਿਆ ਹੈ, ਆਪਣੇ ਸਰੂਪ ਦੇ ਵਿੱਚ ਮਿਲਾ ਲਿਆ ਹੈ, ਉਹ ਸਤਿਗੁਰੂ ਜੀ ਕਹਿੰਦੇ ਗਣੀ ਧਨੀਤਾ, ਉਹ ਧਨਤਾ ਦੇ ਜੋ ਗਿਣਿਆ ਜਾਂਦਾ ਹੈ। ਸਿੰਘ ਬਿਲਾਈ ਹੋਏ ਗਇਓ ਤ੍ਰਿਣ ਵੇਦ ਕੀਤਾ। ਅੱਗੇ ਸਤਿਗੁਰੂ ਜੀ ਭਗਤੀ ਦਾ ਪ੍ਰਤਾਪ ਦੱਸਦੇ ਹਨ। ਸਿੰਘ ਬਿਲਾਈ ਹੋਏ ਗਇਓ, ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਨ ਵਾਲਾ ਹੈ ਉਹ ਜਿਵੇਂ ਕੋਈ ਬੜੀ ਸ਼ੇਰ ਹੋਵੇ ਤੇ ਦੂਸਰੇ ਬੰਨੇ ਬਿੱਲੀ ਹੋਵੇ, ਜਿਵੇਂ ਬਿੱਲੀ ਸ਼ੇਰ ਨੂੰ ਜਿੱਤ ਲਵੇ, ਔਰ ਇਸੇ ਪ੍ਰਕਾਰ ਹੀ ਜਿਹੜਾ ਕੋਈ ਕੱਖ ਹੈ, ਤ੍ਰਿਣ ਹੈ, ਘਾਹ ਹੈ, ਉਹ ਸੁਮੇਰ ਪਰਬਤ ਦੇ ਸਾਹਮਣੇ ਅੜ ਜਾਵੇ। ਇਹ ਤੋਂ ਭਾਵ ਕੀ ਹੈ ਸਾਧ ਸੰਗਤ ਜੀ, ਜਿਹੜੇ ਕੋਈ ਸਾਡੇ ਅੰਦਰ ਮਨ ਰੂਪੀ ਸ਼ੇਰ ਹੈ ਜਿਹੜਾ ਉਹ ਬਲੀ ਹੈ। ਬੁਰਾਈਆਂ ਕਰਨ ਵਾਸਤੇ ਸਾਡਾ ਮਨ ਜਿਹੜਾ ਸ਼ੇਰ ਦੀ ਨਿਆਈ ਬਲਵਾਨ ਹੋ ਜਾਂਦਾ ਹੈ। ਜਦੋਂ ਕੋਈ ਚੰਗਾ ਕੰਮ ਕਰਨਾ, ਸ਼ੁਭ ਗੁਣ ਕਰਨੇ ਹਨ, ਉਸ ਸਮੇਂ ਸਾਡਾ ਮਨ ਜਿਹੜਾ ਉਹ ਢਿੱਲਾ ਪੈ ਜਾਂਦਾ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ,
ਸਤਿਗੁਰੂ ਜੀ ਕਹਿੰਦੇ ਹਨ, ਜਦੋਂ ਕੋਈ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਦਾ ਹੈ, ਫਿਰ ਸਿੰਘ ਬਿਲਾਈ ਹੋਏ ਗਿਆ। ਜਿਹੜਾ ਸ਼ੇਰ ਦੀ ਨਿਆਈ ਮਨ ਹੈ, ਇਹ ਵੀ ਬਿੱਲੀ ਵਾਂਗ ਬਣ ਜਾਂਦਾ ਹੈ, ਭਾਵ ਕਿ ਇਹ ਵੀ ਨਿਮਰਤਾ ਦੇ ਵਿੱਚ ਆ ਜਾਂਦਾ ਹੈ। ਤ੍ਰਿਣ ਮੇਰ ਦਿਖੀਤਾ, ਔਰ ਜੋ ਤ੍ਰਿਣ ਘਾਹ ਦੀ ਨਿਆਈ, ਛੋਟੇ ਜੀਵਾਂ ਦੀ ਨਿਆਈ ਹਨ, ਉਹ ਮੇਰ ਤੋਂ ਭਾਵ ਹੈ ਸੁਮੇਰ ਪਰਬਤ। ਉਹਨਾਂ ਦੇ ਨਿਆਈ ਜੋ ਸਾਡੇ ਅੰਦਰ ਹੰਕਾਰ ਹੈ, ਉਹਦੇ ਸਾਹਮਣੇ ਨਿਮਰਤਾ ਰੂਪੀ ਜਿਹੜਾ ਘਾਹ ਹੈ, ਇਹ ਬਲੀ ਹੋ ਕੇ ਖੜ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਸ਼ਰਮ ਕਰਤੇ ਦਮ ਆੜ ਕਉ। ਜਿਸ ਪ੍ਰਕਾਰ ਕੋਈ ਅੱਧੇ ਦਮੜੇ ਵਾਸਤੇ ਸ਼ਰਮ ਕਰਦਾ ਹੈ, ਮਿਹਨਤ ਕਰਦਾ ਹੈ, ਰੁਪਈਏ ਦਾ ਚੌਥਾ ਹਿੱਸਾ ਜਿਹੜਾ ਉਸ ਨੂੰ ਅੱਧੀ ਦਮੜੀ ਕਹਿੰਦੇ ਹਨ। ਔਰ ਸਤਿਗੁਰੂ ਜੀ ਕਹਿੰਦੇ, ਜਿਵੇਂ ਕੋਈ ਅੱਧੀ ਦਮੜੀ ਦੀ ਨਿਆਈ ਜੀਵਨ ਵਾਲਾ ਹੋਵੇ ਤੇ ਗਣੀ ਧਨੀਤਾ, ਜਦੋਂ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਦਾ ਹੈ ਤੇ ਉਹ ਧਨੀ ਬਣ ਜਾਂਦਾ ਹੈ, ਖਜ਼ਾਨਿਆਂ ਦਾ ਮਾਲਕ ਬਣ ਜਾਂਦਾ ਹੈ। ਜਿਵੇਂ ਭਗਤ ਨਾਮਦੇਵ ਜੀ ਦੇ ਬਚਨ ਆਉਂਦੇ ਹਨ ਕਿ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਕਿ ਜਿਸ ਦਾ ਜੀਵਨ ਇਹ ਕਿਹਾ ਜਾਂਦਾ ਸੀ ਕਿ ਅੱਧੀ ਦਮੜੀ ਦੀ ਨਿਆਈ ਹੈ, ਭਾਵ ਕਿ ਇਹਦੇ ਕੋਲੇ ਕੋਈ ਪੂੰਜੀ ਨਹੀਂ ਹੈ, ਸੰਪત્ਤੀ ਨਹੀਂ ਹੈ, ਉਹ ਸਤਿਗੁਰੂ ਜੀ ਕਹਿੰਦੇ ਗਣੀ ਧਨੀਤਾ, ਉਹ ਲੱਖਾਂ ਤੇ ਕਰੋੜਾਂ ਵਾਲਾ ਬਣ ਜਾਂਦਾ ਹੈ। ਭਾਵ ਕਿ ਜਿਸ ਦਾ ਜੀਵਨ ਬਹੁਤ ਛੋਟਾ ਹੈ, ਕੋਈ ਨਹੀਂ ਸਿਆਣਦਾ ਹੈ, ਪਰ ਜਦੋਂ ਉਹ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਨ ਲੱਗ ਜਾਵੇ, ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਵੇ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੋ ਕੁੰਟ ਮੰਨੈ। ਇਸੇ ਪ੍ਰਕਾਰ ਹੀ ਭਗਤ ਰਵਿਦਾਸ ਸਾਹਿਬ ਜੀ ਦੇ ਪਰਥਾਏ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਭਗਤ ਭਗਤ ਜਗ ਵੱਜਿਆ, ਚਾਹੋ ਚੱਕਾਂ ਦੇ ਵਿੱਚ ਚਮਰੇਟਾ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਭਗਤੀ ਦਾ ਪ੍ਰਤਾਪ ਸਤਿਗੁਰੂ ਜੀ ਇੱਥੇ ਬਿਆਨ ਕਰਦੇ ਹਨ ਕਿ ਉਹ ਧਨੀ ਤੋਂ ਭਾਵ ਕਿ ਵੱਡੇ ਜੀਵਨ ਵਾਲੇ, ਸਫਲ ਜੀਵਨ ਵਾਲੇ ਬਣ ਜਾਂਦੇ ਹਨ। ਸਤਿਗੁਰੂ ਜੀ ਕਹਿੰਦੇ, ਕਿਹੜੀ ਵਡਿਆਈ, ਕਿਹੜੇ ਗੁਣ ਉਹ ਪਰਮੇਸ਼ਰ ਵਾਹਿਗੁਰੂ ਦੇ ਕਥਨ ਕਰੀਏ। ਉਹ ਪ੍ਰਮਾਤਮਾ ਵਾਹਿਗੁਰੂ ਬੇਅੰਤ ਗੁਣਾਂ ਦਾ ਮਾਲਕ ਹੈ। ਕਿਹੜੇ ਕਿਹੜੇ ਗੁਣ ਜਿਹੜੇ ਹਨ, ਉਹਦੇ ਜ਼ਬਾਨ ਦੁਆਰਾ ਆਪਾਂ ਕਥਨ ਕਰ ਸਕਦੇ ਹਨ। ਬੇਅੰਤ ਗੁਣਾਂ ਦਾ ਮਾਲਕ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ, ਗੁਰੂ ਦੇ ਸਨਮੁਖ ਏਦਾਂ ਬੇਨਤੀਆਂ ਕਰੋ, ਨਾਨਕ ਦਰ ਸਰੀਤਾ। ਇਹ ਪਰਮੇਸ਼ਰ ਵਾਹਿਗੁਰੂ, ਅਸੀਂ ਤੇਰੇ ਦਰ ਦੇ ਸਰੀਤਾ ਤੋਂ ਭਾਵ ਹੈ ਗੋਲੇ ਹਾਂ, ਤੇ ਨਾਮ ਦੇਵੋ ਸਾਨੂੰ, ਜਿਹੜਾ ਆਪ ਜੀ ਦਾ ਨਾਮ ਹੈ ਉਹਦੀ ਬਖਸ਼ਿਸ਼ ਕਰੋ। ਇਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ, ਜਿਹੜਾ ਆਪ ਜੀ ਦਾ ਨਾਮ ਹੈ ਉਹਦੇ ਵਿੱਚ ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਆ ਜਾਂਦੀਆਂ ਹਨ। ਇਸ ਕਰਕੇ ਅਸੀਂ ਆਪ ਜੀ ਦੇ ਦਰ ਦੇ ਗੋਲੇ ਹਾਂ, ਸੇਵਕ ਹਾਂ, ਤੇ ਸਾਡੇ ਤੇ ਕਿਰਪਾ ਕਰਕੇ ਜਿਹੜਾ ਆਪ ਜੀ ਦਾ ਅਮੋਲਕ ਨਾਮ ਹੈ, ਜਿਸ ਨਾਮ ਦੁਆਰਾ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਨਾਮ ਦੀਆਂ ਹੀ ਦਾਸੀਆਂ ਹਨ। ਰਿੱਧ ਸਿੱਧ ਨਾਵੈ ਕੀ ਦਾਸੀ। ਸੋ ਇਸੇ ਪ੍ਰਕਾਰ ਹੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਵਿਸਰਾਮ। ਕਿ ਜਿਹੜਾ ਨੌ ਨਿਧੀਆਂ ਦਾ, ਨੌ ਖਜ਼ਾਨਿਆਂ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਆਪ ਜੀ ਦਾ ਨਾਮ ਹੈ, ਉਹ ਸਾਡੀ ਝੋਲੀ ਪਾ ਦਿਓ। ਇਹ ਅਸੀਂ ਆਪ ਜੀ ਦੇ ਦਰ ਤੋਂ ਬੇਨਤੀ ਕਰਕੇ, ਅਰਜ਼ ਕਰਕੇ, ਅਰਦਾਸ ਕਰਕੇ ਇਹ ਦਾਤ ਮੰਗਦੇ ਹਾਂ। ਔਰ ਨਾਮ ਦੀ ਦਾਤ ਸਭ ਤੋਂ ਉੱਤਮ ਦਾਤ ਹੈ। ਜਿਵੇਂ ਆਪਾਂ ਅਰਦਾਸ ਦੇ ਵਿੱਚ ਵੀ ਅੱਖਰ ਪੜ੍ਹਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਨਾਮ ਦਾਨ। ਕਿਉਂਕਿ ਨਾਮ ਦਾ ਦਾਨ ਸਾਧ ਸੰਗਤ ਜੀ ਗੁਰੂ ਪਾਸੋਂ ਮੰਗੀ ਦਾ ਹੈ। ਔਰ ਇਹ ਨਾਮ ਦੀ ਦਾਤ ਮੰਗ ਕੇ ਸਾਡੇ ਜੀਵਨ ਦੇ ਵਿੱਚ ਫਿਰ ਸੁੱਖ ਤੇ ਆਰਾਮ, ਚੰਗਾ ਜੀਵਨ, ਜਿਹੜਾ ਸ਼ੁਭ ਗੁਣ ਹਨ, ਇਹ ਅੰਦਰ ਆਉਂਦੇ ਹਨ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਿਲਾਵਲ ਰਾਗ ਦੇ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਦੇ ਵਿਚਾਰ ਆਪਾਂ ਰਲ ਮਿਲ ਕੇ ਗੁਰੂ ਕਿਰਪਾ ਦੁਆਰਾ ਸਾਂਝੀ ਕੀਤੀ ਹੈ। ਇਹ ਪਾਵਨ ਪਵਿੱਤਰ ਵਿਚਾਰਾਂ ਸਾਡੇ ਸਾਰਿਆਂ ਦੇ ਹੀ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸਣ। ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹਿ ਸਕੋ ਅੰਤ ਗੁਣੀਤਾ, ਨਾਮ ਦੇਹੋ
ਨਾਨਕ ਦਰ ਸਰੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ